ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਹਰ ਇੱਕ ਧਰਮ ਦੇ ਕੋਈ ਨਾ ਕੋਈ ਅਸੂਲ ਹੁੰਦੇ ਨੇ ਜਿਸ ਦੇ ਸਿਧਾਂਤਾਂ ਦੇ ਉੱਤੇ ਚੱਲ ਕੇ ਇਨਸਾਨ ਚੰਗਾ ਇਨਸਾਨ ਬਣ ਸਕਦਾ ਹੈ। ਸਿੱਖ ਧਰਮ ਦੇ 10 ਮੁੱਢਲੇ ਅਸੂਲ ਜਿਹੜੇ ਨੇ ਉਹਨਾਂ ਦੇ ਉੱਤੇ ਗਿਆਨੀ ਸਵਰਨ ਸਿੰਘ ਜੀ ਜਿਹੜੇ ਕਿ ਪੰਥ ਦੇ ਪ੍ਰਸਿੱਧ ਸ਼ਖਸੀਅਤ ਹਨ, ਉਹਨਾਂ ਨੇ ਕਾਫੀ ਮਿਹਨਤ ਕਰਕੇ ਤਿਆਰੀ ਕੀਤੀ ਹੈ, ਜਿਸ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਉਹ ਸੁਨਹਿਰੇ ਅਸੂਲ ਅਸੀਂ ਆਪਣੇ ਜੀਵਨ ਵਿੱਚ ਢਾਹ ਕੇ ਚੰਗੇ ਇਨਸਾਨ ਬਣ ਸਕਦੇ ਹਾਂ। ਸਵਾਗਤ ਕਰਦੇ ਹਾਂ ਗਿਆਨੀ ਸਵਰਨ ਸਿੰਘ ਜੀ ਦਾ। ਜੀ ਆਨੰਦ ਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਅਸੂਲਾਂ ਦੀ ਜਦੋਂ ਗੱਲ ਕਰਦੇ ਹਾਂ 10 ਕਮਾਂਡਮੈਂਟਸ ਅਸੀਂ ਕ੍ਰਿਸਚੈਨਿਟੀ ਦੀ ਤੇ ਸੁਣਨੇ ਹੈਗੇ ਆ। ਸੋ ਤੁਹਾਡੇ ਮਨ ਵਿੱਚ ਕਿਵੇਂ ਆਇਆ ਕਿ ਇਹ ਅਸੂਲ ਤਾਂ ਬਹੁਤ ਨੇ ਲੇਕਿਨ ਤੁਸੀਂ 10 ਜਿਹੜੇ ਮੇਜਰ ਅਸੂਲ ਨੇ ਜਿਹੜੇ ਸਿੱਖੀ ਜਿਹਦੇ ਤੇ ਅਸੀਂ ਚੰਗੇ ਇਨਸਾਨ ਬਣ ਸਕਦੇ ਜੋ ਗੁਰੂ ਸਾਹਿਬ ਨੇ ਸਾਨੂੰ ਪ੍ਰੇਰਨਾ ਕੀਤੀ, ਕਿਵੇਂ ਮਨ ਵਿੱਚ ਆਇਆ ਕਿ 10 ਫੰਡਾਮੈਂਟਲਸ ਆਫ ਸਿੱਖੀਜ਼ਮ ਦੇ ਬਾਰੇ ਤੁਸੀਂ ਸੋਚਿਆ? ਅਸਲ ਵਿੱਚ ਮੈਂ ਸੋਚਿਆ ਕਿ ਬਾਕੀ ਸਾਰਾ ਧਰਮ ਵਿੱਚ ਇੱਕ ਪੈਗੰਬਰ ਹੋਇਆ ਔਰ ਇਸ ਇੱਕ ਪੈਗੰਬਰ ਨੇ ਬੇਸਿਕ ਤੌਰ ਦੇ ਉੱਤੇ ਉਹਨਾਂ ਨੇ ਮਿਡਲ ਈਸਟ ਵਿੱਚ ਜਾਂ ਕਹਿ ਲਓ ਜਿੱਥੇ ਕਿ 3 ਧਰਮ ਪੈਦਾ ਹੋਏ ਆ ਉਹਨਾਂ ਦਾ ਮੁੱਢ ਜਿਹੜਾ ਕਿਵੇਂ ਤਿਆਰ ਕੀਤਾ। ਠੀਕ ਹੈ। ਜਿੱਦਾਂ ਕਹਿ ਲਓ ਵੀ ਮੋਜ਼ਸ ਨੇ 10 ਕਮਾਂਡਮੈਂਟਸ ਜਿਹੜੀਆਂ ਤਿਆਰ ਕੀਤੀਆਂ। ਠੀਕ। ਫਿਰ ਮੈਂ ਮਨ 'ਚ ਸੋਚਦਾ ਰਿਹਾ ਕਿ ਸਾਡੇ ਧਰਮ ਦੇ ਵਿੱਚ 10 ਗੁਰੂ ਕਿਉਂ ਨੇ? ਵਾਈ ਦੇ ਆਰ 10? ਰਾਈਟ। ਤਾਂ ਫਿਰ ਮੇਰੇ ਮਨ ਵਿੱਚ ਆਇਆ ਕਿ 10 ਗੁਰੂਜ਼ ਨੇ ਟਰਨ ਬਾਈ ਟਰਨ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੈਸੇਜ ਸੀ ਉਹਨੂੰ ਦੁਨੀਆ ਤੱਕ ਪਹੁੰਚਾਉਣ ਲਈ 10 ਗੁਰੂ ਸਾਹਿਬਾਨ ਨੇ ਉਹ ਸਾਨੂੰ ਸੁਨਹਿਰੇ ਅਸੂਲ ਦਿੱਤੇ, ਜਿਨ੍ਹਾਂ ਦੇ ਉੱਤੇ ਉਹਨਾਂ ਨੇ ਪ੍ਰੈਕਟੀਕਲੀ ਲੋਕਾਂ ਨੂੰ ਕਰਕੇ ਵਿਖਾਏ ਪਹਿਲਾਂ ਆਪ ਖੁਦ, ਤਾਂ ਕਿ ਲੋਕੀ ਉਸ ਦੇ ਮੁਤਾਬਕ ਸੋਚਣ ਕਿ ਜਿਹੜਾ ਬੰਦਾ ਸਾਨੂੰ ਦੱਸ ਰਿਹਾ ਉਹ ਆਪ ਖੁਦ ਉਸ ਤੇ ਚੱਲ ਕੇ ਮਨੁੱਖ ਦੀ ਜੀਵਨ ਨੂੰ ਕਿਵੇਂ ਤਬਦੀਲ ਕਰ ਸਕਦੇ ਆ। ਤੇ ਉਹਦੇ ਮੁਤਾਬਕ ਮੈਂ ਸੋਚਿਆ ਵੀ ਆਪਾਂ ਸੋਚੀਏ ਕਿ ਵਿਸ਼ੇਸ਼ਤਾਵਾਂ ਕਿਹੜੀਆਂ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ 10 ਰੂਪਾਂ ਦੇ ਵਿੱਚ ਆ ਕੇ 10 ਬਹੁਤ ਮਹਾਨ ਅਸੂਲ ਮਨੁੱਖਤਾ ਨੂੰ ਇੱਕ ਸਹੀ ਰਸਤੇ ਤੇ ਲਾਉਣ ਲਈ ਜਿਹੜੇ ਉਹਨਾਂ ਨੇ ਸਾਨੂੰ ਸੰਸਾਰ ਵਿੱਚ ਵਿਚਰ ਕੇ ਦਿੱਤੇ ਆ, ਉਹਨਾਂ ਨੂੰ ਅਸੀਂ ਜ਼ਰੂਰ ਲੋਕਾਂ ਤੱਕ ਪਹੁੰਚਾਈਏ। ਹਾਂ। ਸੋ ਅੱਜ ਸ਼ੁਰੂਆਤ ਕਰਦੇ ਹਾਂ ਜੀ ਜਿਹੜੇ ਅਸੂਲ ਨੇ, ਕਿਉਂਕਿ ਕਮਾਂਡਮੈਂਟਸ ਜਿਹੜੀਆਂ ਹੁੰਦੀਆਂ ਨੇ ਉਸ ਦਾ ਮਕਸਦ ਹੁੰਦਾ ਹੈ ਕਮਾਂਡ ਕਰਨਾ, ਤੁਹਾਨੂੰ ਕੁਝ ਦੱਸਣਾ। ਤੇ ਜਦੋਂ ਕਮਾਂਡਮੈਂਟ ਮਿਲਦੀ ਹੈ ਇਨਸਾਨ ਉਹੀ ਜਿਸ ਵੀ ਧਰਮ ਵਿੱਚ ਉਸ ਦੀ ਆਸਥਾ ਹੈ, ਜਦੋਂ ਉਸ ਨੂੰ ਫੋਲੋ ਕਰਕੇ ਅੱਗੇ ਚੱਲਦਾ ਹੈ ਤਦ ਹੀ ਉਹ ਗੁਰੂ ਦਾ ਖੁਸ਼ੀ ਦਾ ਪਾਤਰ ਬਣ ਸਕਦਾ ਹੈ ਜੀ। ਸੋ ਕਿਹੜੀਆਂ ਉਹ 10 ਕਮਾਂਡਮੈਂਟਸ ਨੇ ਜਿਹਦੇ ਬਾਰੇ ਅੱਜ ਜ਼ਿਕਰ ਕਰੋਗੇ ਤੁਸੀਂ? ਮੈਂ ਇਸ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਜੀ ਕਿ ਮਨੁੱਖ ਦੇ ਸੁਭਾਅ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ। ਰੀਸੈਂਟਲੀ ਕੱਲ ਇੱਕ ਖਬਰ ਆਈ ਸੀ ਕਿ ਹੁਣ ਕੁੱਤੇ ਇੱਕ ਐਸੇ ਪੈਦਾ ਕੀਤੇ ਜਾ ਰਹੇ ਆ ਜਿਹੜੇ ਕਿ ਬੰਦੇ ਦਾ ਬਲੱਡ ਪ੍ਰੈਸ਼ਰ ਨੂੰ ਉਹ ਕੈਲਕੂਲੇਟ ਕਰਦੇ ਆ ਔਰ ਆਪਣੇ ਮਾਲਕ ਨੂੰ ਦੱਸ ਦਿੰਦੇ ਆ ਕਿ ਤੇਰਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ, ਲੋ, ਸ਼ੂਗਰ ਵਗੈਰਾ ਸਾਰਾ ਕੁਝ ਦੱਸ ਦਿੰਦੇ ਆ। ਤੇ ਇਹ ਤਾਂ ਸੁਣਿਆ ਸੀਗਾ ਵੀ ਡਰੱਗਾਂ ਵਗੈਰਾ ਨੂੰ ਸੁੰਘ ਕੇ ਦੱਸ ਸਕਦੇ ਆ, ਇਹ ਵੀ ਪਤਾ ਲੱਗ ਜਾਂਦਾ ਕਿ ਉਹਨੂੰ ਦੁਸ਼ਮਣ ਕਿਹੜਾ ਤੇ ਮਿੱਤਰ ਕਿਹੜਾ ਆ। ਰਾਈਟ। ਅਸੀਂ ਦੇਖਦੇ ਹਾਂ ਕਿ ਇੱਕ ਕੁੱਤੇ ਵਰਗੇ ਜਾਨਵਰ ਨੂੰ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਉਹ ਆਪਣੇ ਪਸ਼ੂਆਂ ਵਾਲੇ ਸੁਭਾਅ ਨੂੰ ਬਦਲ ਕੇ ਉਹ ਵਿਗਿਆਨੀਆਂ ਨਾਲੋਂ ਵੀ ਮਨੁੱਖੀ ਦਿਮਾਗ ਨਾਲ ਵੀ ਵਧੀਆ ਕੰਮ ਉਹ ਕਰ ਸਕਦਾ ਹੈ। ਠੀਕ। ਤੇ ਜੇ ਇੱਕ ਕੁੱਤਾ ਜਾਂ ਕਈ ਹੋਰ ਜਾਨਵਰ ਜਿਹੜੇ ਪਸ਼ੂ ਨੇ ਉਹਨਾਂ ਨੂੰ ਸਰਕਸ ਦੇ ਵਿੱਚ ਉਹਨਾਂ ਦੇ ਕੋਲੋਂ ਲੋਕਾਂ ਨੂੰ ਦਿਖਾਇਆ ਜਾਂਦਾ ਕਿ ਇੱਕ ਮਿਰੇਕਲਸ ਦਿਖਾਈਆਂ ਜਾਂਦੀਆਂ ਕਿ ਸ਼ੇਰ ਜਿਹੜਾ ਬੱਕਰੀ ਨੂੰ ਨਹੀਂ ਖਾਂਦਾ, ਇਸ ਤਰੀਕੇ ਦੇ ਨਾਲ ਬਾਂਦਰ ਕਿਸ ਤਰ੍ਹਾਂ ਟੱਪਦਾ, ਕਿਸ ਤਰ੍ਹਾਂ ਸਾਈਕਲ ਚਲਾਉਂਦਾ ਹੈਗਾ ਜੀ। ਤੇ ਮੈਂ ਉਹ ਸਾਰਾ ਕੁਝ ਜਦੋਂ ਦੇਖਿਆ ਤੇ ਮੈਂ ਵੇਖਿਆ ਕਿ ਮਨੁੱਖ ਨੇ ਦੇਖੋ ਕਿੰਨੀ ਦਿਮਾਗ ਦੇ ਨਾਲ ਇਹਨਾਂ ਪਸ਼ੂਆਂ ਦੇ ਅੰਦਰ ਇੱਕ ਤਬਦੀਲੀ ਲੈ ਆਂਦੀ। ਰਾਈਟ। ਲੇਕਿਨ ਪਸ਼ੂਆਂ 'ਚ ਤਬਦੀਲੀ ਤੇ ਲਿਆਈ, ਉਹਨਾਂ ਦੇ ਕਰਤੱਵ ਕਰਨ ਲੱਗਿਆ, ਲੇਕਿਨ ਉਹ ਪਸ਼ੂ ਦੇ ਅੰਦਰ ਇਹ ਚੀਜ਼ ਅੱਜ ਤੱਕ ਵੀ ਮਨੁੱਖ ਨਹੀਂ ਪੈਦਾ ਕਰ ਸਕਿਆ ਕਿ ਪਸ਼ੂ ਇਹ ਸਮਝ ਸਕੇ ਕਿ ਉਹ ਕੌਣ ਹੈ। ਰਾਈਟ। ਤੇ ਉਹ ਉੱਥੇ ਖੜਾ ਆ। ਠੀਕ। ਹੁਣ ਅਸੀਂ ਦੇਖਣਾ ਹੈਗਾ ਕਿ ਜਿਹੜਾ ਮਨੁੱਖ ਹੈ ਇਹ ਕੀ ਆ। ਪਹਿਲੀ ਤਾਂ ਗੱਲ ਹੈ ਭਾਈ ਸਾਹਿਬ, ਜਿਹੜਾ ਮਨੁੱਖ ਹੈ ਨਾ ਜਿਹਦੀ ਬਿਰਤੀ ਨੂੰ ਚੰਗੀ ਤਰ੍ਹਾਂ ਸਟੱਡੀ ਕਰੀਏ ਸਾਈਕੋਲੋਜਿਸਟਾਂ ਦੇ ਰਾਹੀਂ ਵੀ ਜਾਂ ਮਨੋਵਿਗਿਆਨੀਆਂ ਰਾਹੀਂ ਵੀ, ਤੇ ਇਹ ਮਨੁੱਖ ਦੇ ਅੰਦਰ ਪਸ਼ੂਆਂ ਦੀਆਂ ਕਈ ਸਾਰੀਆਂ ਆਦਤਾਂ ਮੌਜੂਦ ਨੇ। ਠੀਕ। ਔਰ ਮੈਂ ਤਾਂ ਇਹ ਆਖਾਂਗਾ ਕਿ ਜਿਸ ਤਰ੍ਹਾਂ ਜਿਹੜੇ ਖੋਜ ਕਰਦੇ ਨਾ ਵਿਗਿਆਨੀ, ਉਹ ਕਹਿੰਦੇ ਆ ਕਿ ਪਸ਼ੂ ਦੀਆਂ ਬਿਰਤੀਆਂ ਜਿਹੜੀਆਂ ਨੇ ਤੇ ਮਨੁੱਖ ਦੀਆਂ ਬਿਰਤੀਆਂ ਵਿੱਚ ਮਰਤਾ ਮਾਤਰ ਵੀ ਫਰਕ ਨਹੀਂ ਹੈ। ਬਿਲਕੁਲ। ਔਰ ਦੇਖੋ ਜਿਹੜਾ ਸਪੈਂਜੀ ਹੈਗਾ ਜਾਂ ਗੁਰੀਲਾ ਹੈਗਾ ਉਹ 99% ਸਾਡੇ ਜੀਨਸ ਉਹਦੇ ਵਿੱਚ ਹੈਗੇ ਆ ਮਨੁੱਖ ਦੇ, ਔਰ ਤਕਰੀਬਨ ਮਨੁੱਖ ਦੇ ਵਾਂਗਰ ਕੰਮ ਕਰਦਾ। ਠੀਕ। ਤੇ ਅਸੀਂ ਸਿਰਫ ਇਹ ਆ ਕਿ ਮਨੁੱਖ ਦੇ ਅੰਦਰ ਇਹ ਇੰਨੀ ਤਬਦੀਲੀ ਆਉਣ ਦੀ ਜਗ੍ਹਾ ਹੈਗੀ ਆ ਕਿ ਮਨੁੱਖ ਜਿਹੜਾ ਪਸ਼ੂ ਬਿਰਤੀ ਤੋਂ ਉੱਠ ਕੇ ਮਨੁੱਖ ਬਿਰਤੀ ਵਿੱਚ ਉਹ ਬਦਲ ਸਕਦਾ। ਠੀਕ। ਔਰ ਜਦੋਂ ਮਨੁੱਖ ਬਿਰਤੀ ਵਿੱਚ ਬਦਲ ਜਾਂਦਾ ਹੈ ਤਾਂ ਫਿਰ ਉਹ ਆਪਣੇ ਆਪ ਦੇ ਜੀਵਨ ਨੂੰ ਸੋਚਣ ਲੱਗ ਪੈਂਦਾ। ਠੀਕ। ਔਰ ਮਨੁੱਖ ਉਦੋਂ ਬਦਲਦਾ ਜਦੋਂ ਆਪਣੇ ਆਪ ਨੂੰ ਸੋਚਦਾ ਹੈ। ਹੁਣ ਫਰਜ਼ ਕੀਤਾ ਤੁਹਾਡਾ ਘਰ ਗੰਦਾ ਆ, ਤੁਸੀਂ ਜਦੋਂ ਘਰ ਗੰਦਾ ਦੇਖਦੇ ਆ
ਤੇ ਤੁਸੀਂ ਛੇਤੀ ਸਫਾਈ ਕਰਨ ਦੀ ਕੋਸ਼ਿਸ਼ ਕਰਦੇ ਆ। ਰਾਈਟ। ਤੁਹਾਡੇ ਕੱਪੜੇ ਗੰਦੇ ਆ, ਤੁਸੀਂ ਕੋਸ਼ਿਸ਼ ਕਰਦੇ ਲਾ ਕੇ ਇਹਨਾਂ ਨੂੰ ਧੋ ਲਈਏ, ਸਾਫ਼ ਕਰ ਲਈਏ। ਘਰ ਤੁਹਾਡਾ ਗੰਦਾ ਹੈਗਾ, ਕਾਰ ਤੁਹਾਡੀ ਗੰਦੀ ਹੈਗੀ, ਭਾਵ ਕਿ ਤੁਸੀਂ ਚਾਹੁੰਦੇ ਆ ਕਿ ਹਰ ਚੀਜ਼ ਸਾਫ਼ ਸੁਥਰੀ ਹੋਵੇ, ਕਿਉਂਕਿ ਤੁਹਾਨੂੰ ਗੰਦ ਦਿਸਦਾ। ਰਾਈਟ। ਜਦੋਂ ਮਨੁੱਖ ਨੂੰ ਆਪਣੇ ਅੰਦਰੋਂ ਗੰਦ ਦਿਸਣ ਲੱਗ ਪਵੇ, ਬਹੁਤ ਨਹੀਂ ਦਿਸਦਾ, ਨਹੀਂ ਹੈ ਜ਼ਰੂਰ, ਲੇਕਿਨ ਦਿਸਦਾ ਨਹੀਂ ਜੀ। ਜਦੋਂ ਦਿਸਣ ਲੱਗ ਪਿਆ, ਉਹ ਕੌਣ ਦਿਖਾਲਦਾ? ਉਹ ਧਰਮ। ਠੀਕ। ਧਰਮ ਦੀ ਜਿਹੜੀ ਵਿਦਿਆ ਆ ਉਹ ਮਨੁੱਖ ਨੂੰ ਦੱਸਦੀ ਕਿ ਤੇਰੇ ਅੰਦਰ ਕਿਹੜਾ ਗੰਦ ਵਾ। ਤੇ ਜਦੋਂ ਮਨੁੱਖ ਵੀ ਉਹ ਸਮਝ ਲੱਗ ਪਏ ਗੰਦ ਨੂੰ, ਤਾਂ ਫੇਰ ਹੀ ਇਜ਼ ਰੈਡੀ ਟੂ ਕਲੀਨ ਇਟ ਅਪ। ਰਾਈਟ। ਫਿਰ ਉਹ ਸਫਾਈ ਕਰਨੀ ਸ਼ੁਰੂ ਕਰ ਦਿੰਦਾ। ਠੀਕ। ਤੇ ਮਨੁੱਖ ਨੂੰ ਜਗਾਉਣਾ ਬੜਾ ਜ਼ਰੂਰੀ ਆ। ਜਗਾਉਣਾ ਕਿਸ ਤਰ੍ਹਾਂ ਕਿ ਆਤਮਿਕ ਤੌਰ ਦੇ ਉੱਤੇ ਮਨੁੱਖ ਨੂੰ ਜਾਗਰਤੀ ਆਉਣੀ ਬੜੀ ਜ਼ਰੂਰੀ ਆ। ਠੀਕ। ਔਰ ਮਨੁੱਖ ਨੂੰ ਆਤਮਿਕ ਤੌਰ ਤੇ ਜਾਗਰਤੀ ਲਿਆਉਣ ਲਈ ਜਿਸ ਤਰ੍ਹਾਂ ਇੱਕ ਸਕੂਲ ਆ, ਸਕੂਲ ਦੇ ਵਿੱਚ ਤੁਸੀਂ ਬੱਚਾ 5-6 ਸਾਲ ਦਾ ਪਾਉਨੇ ਆ। ਰਾਈਟ। ਤੇ ਉਹ ਸਕੂਲ ਤੁਸੀਂ ਟੀਚਰ ਦੇ ਹਵਾਲੇ ਕਰੇ ਹੋਣੇ ਆ। ਠੀਕ। ਤੇ ਤੁਹਾਡੇ ਘਰ ਦੇ ਜਿਹੜੇ ਅਸੂਲ ਸੀ ਉਹਨਾਂ ਵਾਸਤੇ ਤੁਸੀਂ ਬੱਚੇ ਨੂੰ 5 ਸਾਲ ਦੇ ਵਿੱਚ ਕੁਝ ਸਿਖਾਇਆ ਜਾਂ ਨਹੀਂ ਸਿਖਾਇਆ, ਇਟ ਡਿਪੈਂਡਸ ਅਪਨ ਯੂਰ ਫੈਮਿਲੀ। ਰਾਈਟ। ਲੇਕਿਨ ਜਦੋਂ ਉਹ ਸਕੂਲ ਜਾਂਦਾ ਨਾ, ਤੇ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਕੂਲ ਵਾਲੇ ਉਸ ਬੱਚੇ ਨੂੰ ਆਪਣੇ ਸਕੂਲ ਦੇ ਜਿਹੜੇ ਰੂਲਸ ਰੈਗੂਲੇਸ਼ਨ ਜਾਂ ਮਰਜ਼ਾਦਾ ਆ ਉਹ ਦੱਸਦੇ ਆ। ਬਿਲਕੁਲ। ਔਰ ਉਹਨਾਂ ਦਾ ਸਕੂਲ ਵਾਲਿਆਂ ਦਾ ਕੰਮ ਹੈ ਕਿ ਜਿੱਥੇ ਤੁਸੀਂ ਵਿਦਿਆ ਦੇਣੀ ਆ, ਉੱਥੇ ਸਭ ਤੋਂ ਵੱਡੀ ਚੀਜ਼ ਸਿਖਾਉਣੀ ਡਿਸਪਲਿਨ। ਠੀਕ। ਜੇ ਉਹ ਡਿਸਪਲਿਨ ਦੇ ਵਿੱਚ ਸਕੂਲ ਨਹੀਂ ਰਹਿੰਦਾ ਜਾਂ ਬੱਚਿਆਂ ਨੂੰ ਡਿਸਪਲਿਨ ਨਹੀਂ ਸਿਖਾਉਂਦੇ, ਤੇ ਉਹ ਪੜ੍ਹਿਆ ਲਿਖਿਆ ਵੀ ਇੱਕ ਪਸ਼ੂ ਆ। ਬਿਲਕੁਲ। ਤੇ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਸਿਖਾਉਣ ਵਾਸਤੇ ਉਹਨਾਂ ਨੇ ਕੁਝ ਟਰਮਸ ਐਂਡ ਕੰਡੀਸ਼ਨ ਦਾ ਰੂਲਸ ਐਂਡ ਰੈਗੂਲੇਸ਼ਨ ਬਣਾਏ ਹੁੰਦੇ, ਜਿਹਨੂੰ ਅਸੀਂ ਮਰਜ਼ਾਦਾ ਕਹਿ ਸਕਦੇ ਹਾਂ। ਠੀਕ। ਅੱਛਾ, ਉਸ ਬੱਚੇ ਨੂੰ ਦੇਖੋ ਕੱਲਾ ਇਹ ਹੀ ਨਹੀਂ ਕਿ ਉਹ ਵਾਧਾ ਫੁੱਲਦਾ ਵੱਡਾ ਹੁੰਦਾ ਜਾਂਦਾ ਜਾਂ ਜਮਾਤਾਂ ਪਾਸ ਕਰ ਰਿਹਾ, ਨਾਲੋਂ ਨਾਲ ਉਹਨੂੰ ਸਿੱਖਿਆ ਦੂਜੀ ਵੀ ਦਿੱਤੀ ਜਾਂਦੀ ਹੈ ਟੂ ਬਿਕਮ ਅ ਗੁੱਡ ਸਿਟੀਜ਼ਨ। ਬਿਲਕੁਲ। ਅੱਛਾ, ਹੁਣ ਜਿਹੜੇ ਆਪਣੇ ਧਰਮ ਜਿੰਨੇ ਹੋਏ ਆ, ਮੈਂ ਸਾਰਿਆਂ ਨੂੰ ਸਟੱਡੀ ਕੀਤਾ ਕਿ ਉਹਨਾਂ ਧਰਮਾਂ ਨੇ ਤਕਰੀਬਨ ਕੁਝ ਧਾਰਮਿਕ ਪੁਸਤਕਾਂ ਸੀ ਜਿਹੜੀਆਂ ਲੋਕਾਂ ਦੇ ਦਿਮਾਗ ਵਿੱਚ ਲਗਾਏ। ਠੀਕ। ਤੇ ਧਾਰਮਿਕ ਪੁਸਤਕਾਂ ਦਾ ਗਿਆਨ ਲਗਾਏ, ਜਿਹਦੇ ਨਾਲ ਮਨੁੱਖ ਸੋਚਣ ਲੱਗ ਪਿਆ ਕਿ ਹਾਊ ਆਈ ਸ਼ੁੱਡ ਐਕਟ। ਰਾਈਟ। ਉਹਦੇ ਸੋਚਣ ਦੇ ਨਾਲ ਜਿਹੜਾ ਪੈਗੰਬਰਾਂ ਨੇ ਜਿਨ੍ਹਾਂ ਨੇ ਪੈਗਾਮ ਲਿਆਂਦਾ, ਉਹਨਾਂ ਨੇ ਜਦੋਂ ਦੱਸਿਆ ਕਿ ਯੂ ਹੈਵ ਟੂ ਫੋਲੋ, ਜਦੋਂ ਉਹ ਲੋਕੀ ਫੋਲੋ ਕਰਨ ਲੱਗੇ, ਉਸੇ ਹਿਸਾਬ ਦੇ ਨਾਲ ਉਹਨਾਂ ਦਾ ਮਾਈਂਡ ਮੋਲਡ ਹੋ ਗਿਆ। ਔਰ ਮੋਲਡ ਹੋ ਕੇ ਤਾਂ ਵੱਖੋ ਵੱਖਰੇ ਧਰਮਾਂ ਦੇ ਗਰੁੱਪਾਂ ਦੇ ਵਿੱਚ ਉਹ ਲੋਕੀ ਇੱਕ ਐਜ਼ ਅ ਟੀਮ ਰਲਣੇ ਸ਼ੁਰੂ ਹੋ ਗਏ। ਤੇ ਉਹਦੇ ਮੁਤਾਬਕ ਜੇ ਅਸੀਂ ਦੇਖਿਆ, ਜਿਹੜਾ ਬੰਦਾ ਢਲਿਆ ਗਿਆ, ਜਿਹੜਾ ਤਾਂ ਅਸਲੀ ਧਰਮ ਦੇ ਗਿਆਨ ਦੇ ਉੱਤੇ ਢਲਿਆ ਜਾਂਦਾ, ਉਹ ਆਮ ਮਨੁੱਖ ਨਹੀਂ ਹੁੰਦਾ। ਬਿਲਕੁਲ। ਬਦਲ ਜਾਂਦਾ। ਰਾਈਟ। ਅੱਛਾ, ਹੁਣ ਜਦੋਂ ਅਸੀਂ ਹਿੰਦੁਸਤਾਨ ਦੀ ਹਿਸਟਰੀ ਪੜ੍ਹਦੇ ਹਾਂ, ਹਿੰਦੁਸਤਾਨ ਦੀ ਹਿਸਟਰੀ ਵਿੱਚ 4 ਵੇਦ, 6 ਸ਼ਾਸਤਰ ਤੇ 18 ਪੁਰਾਣ। ਜੀ। ਐਡਾ ਵੱਡਾ ਗਿਆਨ ਸੀ ਨਾ। ਔਰ ਇਸ ਗਿਆਨ ਦੇ ਨਾਲ ਚਾਹੀਦਾ ਤੇ ਇਹ ਸੀ ਕਿ ਹਿੰਦੁਸਤਾਨ ਦੇ ਲੋਕ ਬੜੇ ਮਹਾਂਪੁਰਖ ਸਾਰੇ ਬਣ ਜਾਂਦੇ। ਠੀਕ। ਪਰ ਅਫਸੋਸ ਦੀ ਗੱਲ ਹੈ ਕਿ ਉਹ ਗਿਆਨ ਜਿਹੜਾ ਸੀ ਨਾ, ਉੱਚ ਜਾਤੀ ਸਵਰਨ ਜਾਤੀ ਭਾਵ ਕਿ ਬ੍ਰਾਹਮਣ ਜਿਹੜਾ ਬ੍ਰਾਹਮਣਵਾਦ ਸੀ, ਉਹਨਾਂ ਨੇ ਉਹਨਾਂ ਤੇ ਕੰਟਰੋਲ ਕਰ ਲਿਆ, ਕਬਜ਼ਾ ਕਰ ਲਿਆ ਔਰ ਉਸ ਗਿਆਨ ਨੂੰ ਲੋਕਾਂ ਤੱਕ ਨਹੀਂ ਦਿੱਤਾ। ਉਹਦੇ ਉਲਟ ਉਹਨਾਂ ਦੇ ਕਈ ਵਹਿਮ ਪੈਦਾ ਕਰਕੇ, ਭਰਮ ਤੇ ਵਹਿਮ ਪੈਦਾ ਕਰਕੇ ਧਰਮ ਦੇ ਉੱਤੇ ਕਹ ਲਓ ਜਿਹੜੇ ਧਰਮ ਦੇ ਅਸਲੀ ਅਸੂਲ ਸੀ, ਉਹਨਾਂ ਨੂੰ ਢੱਕਣ ਦੇ ਕੇ ਸੀਲ ਕਰਕੇ ਆਪਣੇ ਕੋਲ ਰੱਖ ਲਿਆ, ਕਿਸੇ ਤੱਕ ਨਹੀਂ ਪਹੁੰਚਣ ਦਿੱਤਾ। ਭਾਵ ਕਿ ਬਾਕੀ ਸਾਰੇ ਲੋਕਾਂ ਨੂੰ ਪਸ਼ੂ ਰੱਖਣਾ ਹੀ ਉਹ ਚਾਹੁੰਦੇ ਸੀ, ਕਿਉਂਕਿ ਪਸ਼ੂ ਜਿਹੜੇ ਨਾ ਉਹ ਆਪਣਾ ਦਿਮਾਗ ਨਹੀਂ ਵਰਤਦੇ, ਉਹਨਾਂ ਨੂੰ ਹੱਕੀ ਜਾਓ ਕੰਮ ਕਰੀ ਜਾਣਗੇ। ਔਰ ਇਹ ਅਸੂਲ ਹਿੰਦੁਸਤਾਨ ਦੀ ਪੁਰਾਣੀ ਹਿਸਟਰੀ ਜੋ ਦਲਿਤ ਜਾਤੀਆਂ ਦੀ ਤੇ ਸਵਰਨ ਜਾਤੀਆਂ ਦੀ ਹਿਸਟਰੀ ਆ, ਉਹ ਹੁਣ ਤੱਕ ਚੱਲੀ ਜਾ ਰਹੀ ਹੈ। ਔਰ ਸਵਰਨ ਜਾਤੀਆਂ ਨੂੰ ਪਤਾ ਆ ਕਿ ਅਸੀਂ ਇਸ ਦੇਸ਼ ਵਿੱਚ ਬਾਹਰੋਂ ਆਏ ਹੋਏ ਹਾਂ, ਤੇ ਦਲਿਤ ਜਾਤੀਆਂ ਨੂੰ ਹਾਲੇ ਤੱਕ ਨਹੀਂ ਪਤਾ ਕਿ ਅਸੀਂ ਇਸ ਦੇਸ਼ ਦੇ ਵਸਿੰਦੇ ਹਾਂ, ਜਿੱਦਾਂ ਇੱਥੇ ਨਹੀਂ ਪਤਾ। ਬਿਲਕੁਲ। ਤੇ ਜਿਹਦੇ ਕਾਰਨ ਕਰਕੇ ਹੁਣ ਤੱਕ ਵੀ ਉਹਨਾਂ ਲੋਕਾਂ ਨੂੰ ਲੁੱਟਿਆ ਜਾਂਦਾ ਤੇ ਕੁੱਟਿਆ ਜਾਂਦਾ। ਠੀਕ। ਹੁਣ ਉਸ ਤੋਂ ਬਾਅਦ ਕੀ ਹੋਇਆ, ਜਦੋਂ ਬੁੱਧ ਧਰਮ ਆਇਆ ਹਿੰਦੁਸਤਾਨ 'ਚ, ਤੇ ਬੁੱਧ ਧਰਮ ਨੇ ਥੋੜੀ ਜਿਹੀ ਅਵੇਅਰਨੈਸ ਦਿੱਤੀ, ਮਹਾਤਮਾ ਬੁੱਧ ਨੇ ਲੋਕਾਂ ਨੂੰ ਬੜੀ ਸਿੱਖਿਆ ਦਿੱਤੀ ਔਰ ਇਹ ਤੋਂ ਉੱਪਰ ਠਾਲ ਦਿੱਤਾ, ਜਿਹਦਾ ਨਤੀਜਾ ਹੋਇਆ ਕਿ ਵਰਲਡ ਲੈਵਲ ਦੇ ਉੱਤੇ ਹਿੰਦੁਸਤਾਨ 'ਚੋਂ ਬੁੱਧ ਧਰਮ ਸ਼ੁਰੂ ਹੋ ਕੇ ਬਾਕੀ ਮੁਲਕਾਂ 'ਚ ਫੈਲ ਗਿਆ, ਕਿਉਂਕਿ ਲੋਕਾਂ ਨੇ ਅਡਾਪਟ ਕਰ ਲਿਆ ਕਿ ਚੰਗਾ ਮਨੁੱਖ ਬਣਨ ਦੇ ਇੱਕ ਚੰਗੇ ਅਸੂਲ ਨੇ। ਰਾਈਟ। ਲੇਕਿਨ ਭਗਵਾਨ ਸ਼ੰਕਰਾਚਾਰੀਆ ਨੇ ਰਾਜਪੂਤਾਂ ਦੇ ਨਾਲ ਰਲ ਕੇ ਜੋ ਬੋਧੀਆਂ ਦੀ ਨਸਲਕੁਸ਼ੀ ਕੀਤੀ, ਜਿਹਦੇ ਨਾਲ ਅੱਜ ਵੀ ਹਿੰਦੁਸਤਾਨ ਵਿੱਚ ਇੱਕ ਧਰਮ ਪੈਦਾ ਹੋਇਆ ਵੀ ਉਹਦਾ ਹੁਣ ਉੱਥੇ ਕੋਈ ਜਗ੍ਹਾ ਨਹੀਂ ਰਹੀ, ਕੋਈ ਹੋਲਡ ਨਹੀਂ ਹੈਗਾ। ਅੱਛਾ, ਬਾਅਦ ਵਿੱਚ ਇਹਨਾਂ ਨੇ ਕੀ ਕੀਤਾ, ਕਿਉਂਕਿ ਬੋਧੀਆਂ ਨੇ ਆਪਣੇ ਧਰਮ 'ਚ ਬੁੱਤ ਪ੍ਰਸਤੀ ਸ਼ੁਰੂ ਕਰ ਦਿੱਤੀ ਸੀ। ਰਾਈਟ।
ਜਦੋਂ ਬੁੱਤ ਪ੍ਰਸਤੀ ਸ਼ੁਰੂ ਕਰ ਦਿੱਤੀ ਤੇ ਬੁੱਧ ਨੂੰ ਬੁੱਤ ਬਣਾ ਕੇ ਤੇ ਪੂਜਣ ਲੱਗ ਪਏ। ਇਟ ਵਾਸ ਗੁੱਡ ਆਈਡੀਆ ਫॉर them। ਰਾਈਟ, ਪਰ ਇਹ ਅਗੇਨ ਕੰਟਰਰੀ ਹੋ ਗਿਆ ਸੀ ਕਿ ਜੋ ਕਿਹਾ ਗਿਆ ਸੀ ਮਹਾਤਮਾ ਬੁੱਧ ਵੱਲੋਂ, ਇਹ ਕਿਉਂ ਹੋਇਆ ਤੇ ਕਿਸ ਤਰੀਕੇ ਦਾ ਜਿਹੜਾ ਅਸਰ ਪਿਆ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਕਿਉਂਕਿ ਇਹ ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਗਿਆਨੀ ਜੀ, ਇਹ ਹੀ ਸਰਲ ਤਰੀਕੇ ਨਾਲ ਜੇਕਰ ਸਾਡੇ ਬੱਚਿਆਂ ਨੂੰ ਇਹ 10 ਕਮਾਂਡਮੈਂਟਸ ਆਫ ਸਿੱਖੀਜ਼ਮ ਦੇ ਬਾਰੇ ਦੱਸਿਆ ਜਾਏ ਤਾਂ ਯਕੀਨਨ ਤੌਰ ਦੇ ਉੱਤੇ ਇਹਦਾ ਉੱਤੇ ਇੰਪੈਕਟ ਪਏਗਾ। ਇਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ ਜੀ। ਠੀਕ ਹੈ ਜੀ। ਇੱਕ ਨਵੇਕਲੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਿਆਨੀ ਸਵਰਨ ਸਿੰਘ ਜੀ ਵੱਲੋਂ ਕਿ 10 ਕਮਾਂਡਮੈਂਟਸ ਆਫ ਸਿੱਖੀਜ਼ਮ ਦਾ ਇਹ ਆਧਾਰ ਬਣਾ ਕੇ ਬੱਚਿਆਂ ਤੱਕ ਇਹ ਮੈਸੇਜ ਪਹੁੰਚਾਇਆ ਜਾਏ ਤੇ ਆਪਣੇ ਵੱਡਿਆਂ ਨੂੰ ਵੀ ਇਹ ਪਤਾ ਚੱਲੇ ਕਿ ਸਾਡੇ ਬੇਸਿਕ ਅਸੂਲ ਕੀ ਨੇ। ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ ਡਿਸਪਲਿਨ ਜੀਵਨ ਦਾ ਇੱਕ ਬਹੁਤ ਅਹਿਮ ਅੰਗ ਹੁੰਦਾ ਹੈ ਤੇ ਜਦੋਂ ਅਸੀਂ ਉਸ ਤੋਂ ਬਾਹਰ ਚਲੇ ਜਾਂਦੇ ਹਾਂ ਤਾਂ ਬਹੁਤ ਸਾਰੇ ਇਸ਼ੂਜ਼ ਚੈਲੰਜਸ ਸਾਨੂੰ ਫੇਸ ਕਰਨੇ ਪੈਂਦੇ ਨੇ ਤੇ ਉਹੀ ਅੱਜ ਅਸੀਂ ਆਪਣੀ ਪੰਥ ਵਿੱਚ ਵੀ ਦੇਖ ਰਹੇ ਹਾਂ ਕਿ ਸਾਨੂੰ ਸਾਡੇ ਮੂਲ ਸਿਧਾਂਤਾਂ ਬਾਰੇ ਨਹੀਂ ਪਤਾ ਹੈ। और इस संबंध में जो इतिहासिक पक्ष तो सानू जानकारी दे रही सी ब्रेक तो पहला उस बारे होर जानकारी लेने जी। सो भाई साहब बुद्ध धर्म की तुसीं गल कर रहे सी कि वो बुद्ध प्रस्ती जिहड़ी सी वो पूजा एक वखरे किस्म की शुरू हो। हाँ जी जी, पर बुद्ध प्रस्ती दे नाल नाल जिहड़ा उस वेले जिहड़े 8 असूल सी ना ਉਹ ਸਾਰੀ ਦੁਨੀਆ ਦੇ ਉੱਤੇ ਬੜੇ ਅਸ਼ਟਮਾਰਗ ਜਿਹੜਾ ਸੀਗਾ ਉਹ ਫੈਲਿਆ। ਰਾਈਟ, ਜਿਹਦੇ ਨਾਲ ਲੋਕੀ ਬੋਧੀ ਬਣਨੇ ਬਹੁਤ ਸ਼ੁਰੂ ਹੋ ਗਏ ਤਾਂ ਜ਼ਾਤ ਪਾਤ ਦਾ ਜਿਹੜਾ ਸੀਗਾ ਬਹੁਤ ਵੱਡਾ ਵਿਤਕਰਾ ਸੀ ਉਹ ਤਕਰੀਬਨ ਖਤਮ ਹੁੰਦਾ ਜਾ ਰਿਹਾ ਸੀ। ਠੀਕ, ਜਿਹਦੇ ਨਾਲ ਫਿਰ ਬ੍ਰਾਹਮਣਵਾਦ ਦੀ ਜਿਹੜੀ ਬਿਜ਼ਨਸ ਸੀਗੀ ਉਹ ਤਕਰੀਬਨ ਪੂਰੀ ਤਰ੍ਹਾਂ ਟੈਸ ਬਸ ਹੋ ਗਈ ਸੀ ਤੇ ਉਹਨਾਂ ਨੇ ਫਿਰ ਇਸ ਨੂੰ ਫਿਰ ਰਿਵਾਈਵ ਕਰਨ ਲਈ ਇਸੇ ਸਾਰੇ ਉਲਝਣ ਨੂੰ ਉਹਨਾਂ ਨੇ ਫਿਰ ਕੀ ਕੀਤਾ, ਭਗਵਾਨ ਸ਼ੰਕਰਾਚਾਰੀਆ ਨੇ ਜਾ ਕੇ ਰਾਜਪੂਤਾਂ ਕੋਲੋਂ ਦੁਹਾਈ ਪਾਈ ਵੀ ਸਾਡਾ ਧਰਮ ਖਤਰੇ 'ਚ ਹੈ, ਤੁਹਾਡਾ ਫਰਜ਼ ਹੈ ਕਿ ਇਸ ਧਰਮ ਨੂੰ ਤੁਸੀਂ ਬਚਾਓ। ਠੀਕ, ਤੇ ਤੁਹਾਨੂੰ ਪਤਾ ਕਿ ਲੱਖਾਂ ਬੋਧੀਆਂ ਦਾ ਨਸਲ ਕੁਸ਼ੀ ਰਾਜਪੂਤਾਂ ਦੇ ਰਾਹੀਂ ਜਿੱਦਾਂ ਹਿਟਲਰ ਨੇ ਕੀਤੀ ਸੀ ਜਿਊਜ਼ ਦੀ, ਇਸ ਤਰ੍ਹਾਂ ਕੀਤੀ ਗਈ ਜੀ, ਜਿਹਦਾ ਨਤੀਜਾ ਇਹ ਹੋਇਆ ਕਿ ਬੋਧੀ ਜਿਹੜੇ ਸੀ ਹਿੰਦੁਸਤਾਨ ਵਿੱਚੋਂ ਉਹ ਤਕਰੀਬਨ ਭੱਜ ਗਏ। ਠੀਕ, ਤੇ ਇਹਨਾਂ ਨੇ ਫਿਰ ਕੀ ਕੀਤਾ, ਉਹ ਤੋਂ ਬਾਅਦ ਬਿਫੋਰ ਬੁੱਧਿਜ਼ਮ देयर वाज नो आइडल वर्शिप, बुत प्रस्ती हिंदुस्तान च है नहीं सी। बुत प्रस्ती के बाद च ब्राह्मणों ने एक नहीं, दो नहीं, चार नहीं, 33 करोड़ देवतियां दियां उन्होंने फिर मूर्तियां बनातियां। वो मूर्तियां दा हालांकि वेदां शास्त्रां विच कोई संबंध नहीं रब दे नाल, ओके, लेकिन ये क्रिएट किए गए बड़े दिमाग नाल कि लोगों को ऐसे भंबल भूसे च पा दिओ कि सारी उम्र बंदा अगर घूमदा भी रहे तो ये पूजा पाठ ਵਿੱਚ ਹੀ ਫਸੇ ਰਹਿਣਗੇ, ਇਹ ਆਪਣੇ ਜੀਵਨ ਦਾ ਸੁਧਾਰ ਨਹੀਂ ਕਰ ਸਕਣਗੇ। ਦੇਖੋ ਭਾਈ ਸਾਹਿਬ, ਮੈਂ ਇੱਕ ਬੇਨਤੀ ਜ਼ਰੂਰ ਕਰ ਦਵਾਂ ਆਪਣੀ ਕੌਮ ਨੂੰ ਵੀ ਜੀ ਕਿ ਗੁਰਦੁਆਰਾ ਜਿਸ ਵਿੱਚ ਅਸੀਂ ਚਾਹੁੰਦੇ ਹਾਂ ਹਰ ਸਿੱਖ ਸੋਚੇ ਅੱਜ ਜੀ, ਇਜ਼ ਦੈਟ ਪਲੇਸ ਆਫ ਵਰਸ਼ਿਪ ਔਰ ਪਲੇਸ ਆਫ ਲਰਨਿੰਗ। ਐਬਸੋਲੂਟ, ਅਸੀਂ ਵਰਸ਼ਿਪ ਦੇ ਬਣਾਤੀ ਕੀ ਇਹ ਪੂਜਾ ਪਾਠ ਲਈ ਜਗ੍ਹਾ ਹੈ ਜਾਂ ਇਹ ਸਿੱਖਿਆ ਪ੍ਰਾਪਤ ਕਰਨ ਲਈ ਜਗ੍ਹਾ ਹੈ। ਠੀਕ, ਅਗਰ ਗੁਰੂ ਨਾਨਕ ਦੇਵ ਜੀ ਨੇ ਇਹਦਾ ਨਾਂ ਰੱਖਿਆ ਧਰਮਸ਼ਾਲਾ। ਠੀਕ, ਧਰਮਸ਼ਾਲਾ ਉਹਨੂੰ ਕਹਿੰਦੇ ਆ ਜਿੱਥੇ ਧਰਮ ਦੀ ਸਿੱਖਿਆ ਦਿੱਤੀ ਜਾਵੇ। ਠੀਕ, ਹੁਣ ਧਰਮਸ਼ਾਲਾ ਦਾ ਨਾਂ ਕਦੋਂ ਗੁਰਦੁਆਰਾ ਬਣਿਆ, ਆਈ ਹੈਵ ਨੋ ਆਈਡੀਆ। ਰਾਈਟ, ਲੇਕਿਨ ਗੁਰਦੁਆਰੇ ਵੀ ਸਾਡੇ ਅੱਜ ਜੇ ਗੁੱਸਾ ਨਾ ਕਰਨ ਲੋਕੀ ਤੇ ਮੈਂ ਸੱਚ ਦੱਸਾਂਗਾ, ਲੋਕੀ ਸਿਰਫ ਵਰਸ਼ਿਪ ਕਰਨ ਆਉਂਦੇ ਆ। ਬਿਲਕੁਲ ਕੋਈ ਸ਼ੱਕ ਨਹੀਂ ਜੀ। ਵਰਸ਼ਿਪ ਕੀ ਹੁੰਦਾ, ਆਟਾ ਚੜਾਤਾ, ਦਾਣੇ ਚੜਾਤੇ, ਬਿਲਕੁਲ ਮਨੋਕਾਮਨਾ ਆਪਣੀ ਮਨੋਕਾਮਨਾ ਪੂਰੀਆਂ ਕਰਨ ਲਈ ਦੁੱਧ ਚੜਾਤਾ, ਆਟੇ ਦਾ ਬੋਰਾ ਛੱਡਿਆ ਹੈ। ਮਤਲਬ ਇਹ ਕੰਮ ਜਿਹੜਾ ਸਾਡਾ ਤਕਰੀਬਨ, ਜੇ ਮੈਂ ਸਾਰੀ ਦਿਹਾੜੀ ਗੁਰਦੁਆਰੇ 'ਚ ਤੁਸੀਂ ਬੈਠ ਕੇ ਵੇਖੋ, ਮੂਵੀ ਬਣਾ ਕੇ ਵੇਖੋ, 90% ਲੋਕੀ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਲੈ ਕੇ ਚਲੇ ਜਾਂਦੇ, ਉਹ ਕਹਿੰਦੇ ਅਸੀਂ ਪੂਜਾ ਕਰਿਆ ਹੈ, ਰਾਈਟ, ਅਸੀਂ ਰੱਬ ਨੂੰ ਖੁਸ਼ ਕਰਿਆ। ਹੁਣ ਮੈਂ ਇੱਕ ਆਪਣੇ ਗੁਰਸਿੱਖਾਂ ਨੂੰ ਪੁੱਛਦਾ, ਕੀ ਰੱਬ ਖੁਸ਼ ਹੁੰਦਾ, ਕੀ ਰੱਬ ਨਾਰਾਜ਼ ਹੁੰਦਾ? ਭਲਾ ਤਾਂ ਰੱਬ ਨੂੰ ਹੋਰ ਕੋਈ ਕੰਮ ਹੀ ਨਹੀਂ, ਫਿਰ ਤੁਹਾਡੇ ਨਾਲ ਗੁੱਸੇ ਹੁੰਦੇ ਰਹੇ, ਨਾਰਾਜ਼ ਹੁੰਦੇ ਰਹੇ, ਤੁਹਾਡੇ ਕੋਲ ਲਈ ਜਾਵੇ ਜਾਈ, ਨਹੀਂ ਨਹੀਂ, ਬਿਲਕੁਲ ਨਹੀਂ। ਰੱਬ ਦੀ ਜਿਹੜੀ ਡੈਫੀਨੇਸ਼ਨ ਗੁਰੂ ਨਾਨਕ ਦੇਵ ਨੇ ਕੀਤੀ ਉਹਨੂੰ ਚੰਗੀ ਤਰ੍ਹਾਂ ਪੁੱਛੋ, ਉਹਦਾ ਮੈਂ ਸਾਨੂੰ ਕੱਢਿਆ ਇਸ ਚੱਕਰ 'ਚੋਂ। ਮੈਂ ਤਾਂ ਦੱਸਣ ਲੱਗਾ ਕਿ ਜਿਹੜੇ ਲੋਕ ਇਸ ਢੰਗ ਦੇ ਨਾਲ ਗੁਰਦੁਆਰੇ ਜਾਂਦੇ ਨੇ ਉਹ ਕੋਈ ਨਵਾਂ ਕੰਮ ਨਹੀਂ ਕਰਦੇ। ਠੀਕ, ਕਿਉਂਕਿ ਹਿੰਦੁਸਤਾਨ 5000 ਸਾਲ ਤੋਂ ਜੀ ਇਹਨਾਂ ਮੂਰਤੀ ਪੂਜਾ ਵਿੱਚ ਜਾ ਕੇ ਸਿਰਫ ਪੂਜਾ ਕਰਨ ਜਾਂਦੇ ਸੀ। ਠੀਕ, ਹਾਲੇ ਵੀ ਬਹੁਤ ਸਾਰੇ ਮੰਦਰਾਂ ਵਿੱਚ ਲੋਕੀ ਪੂਜਾ ਕਰਨ ਜਾਂਦੇ ਸਿਰਫ। ਬਿਲਕੁਲ ਬਿਲਕੁਲ। ਅੱਛਾ, ਪੂਜਾ ਕੀ ਸੁਖਣਾ ਲਾਉਣੀ, ਆਪਣੀਆਂ ਮਨਸ਼ਾ ਪੂਰੀਆਂ ਕਰਨੀਆਂ। ਅੱਛਾ, ਹੁਣ ਵੇਖਣਾ ਇਹ ਹੈ ਕਿ ਤੁਸੀਂ 10 ਸਾਲ ਚੱਲ ਜਾਓ ਇੱਕ ਮੂਰਤੀ ਦੀ ਪੂਜਾ ਲਈ, 10 ਸਾਲ ਜਾਓ, 20 ਸਾਲ ਜਾਓ, 40 ਸਾਲ ਜਾਓ, ਇਫ ਯੂ ਲਰਨ ਨਥਿੰਗ ਆਊਟ ਆਫ ਦੈਟ ਤਾਂ ਫਿਰ ਗੁਰਦੁਆਰੇ ਵੀ ਜਾ ਕੇ ਜੇ ਤੁਸੀਂ 10 ਸਾਲ 'ਚ ਕੁਝ ਨਹੀਂ ਸਿੱਖਿਆ ਤਾਂ ਫਿਰ ਮੂਰਤੀ ਪੂਜਾ ਤੇ ਉਹਦੇ ਕੋਈ ਫਰਕ ਨਹੀਂ ਪਿਆ। ਅੱਛਾ, ਲੇਕਿਨ
the religious place should be a place, not only the place of worship, but it place of should be learning. a place of learning. ਰਾਈਟ ਹੁਣ ਲਰਨ ਕਾਦੇ ਵਾਸਤੇ ਕਰਨਾ? ਜਦ ਤੱਕ ਤੁਸੀਂ ਸਕੂਲ ਦੇ ਵਿੱਚ ਜਾ ਕੇ ਕੋਈ ਵਿੱਦਿਆ ਪ੍ਰਾਪਤ ਨਹੀਂ ਕਰਦੇ ਜੀ ਤਾਂ ਤੁਸੀਂ ਕੋਈ ਡਿਗਰੀ ਪ੍ਰਾਪਤ ਨਹੀਂ ਕਰ ਸਕਦੇ। ਰਾਈਟ ਹੁਣ ਜੇ ਸਕੂਲ ਜਾ ਕੇ ਮੱਥਾ ਟੇਕ ਕੇ ਟੀਚਰ ਨੂੰ ਘਰ ਨੂੰ ਆ ਜਾਣਾ, ਇਟ ਵਿਲ ਨਾਟ ਸਰਵ ਦਾ ਪਰਪਸ। ਠੀਕ ਹੁਣ ਇਹੀ ਹਾਲ ਸਾਡੇ ਆਮ ਤੌਰ ਤੇ ਗੁਰਦੁਆਰਿਆਂ ਦਾ ਇਹੀ ਹੋ ਗਿਆ, ਲੰਗਰ ਛਕੋ ਜੋ ਵੀ ਹੈਗਾ ਜੀ ਤੇ ਇਸੇ ਕਰਕੇ ਅਸੀਂ ਮਾਨਸਿਕ ਤੌਰ ਦੇ ਉੱਤੇ, ਅਧਿਆਤਮਿਕ ਤੌਰ ਦੇ ਉੱਤੇ ਸਾਡੀ ਕੌਮ ਤਰੱਕੀ ਨਹੀਂ ਕਰ ਰਹੀ। ਵੈਸੇ ਤਾਂ ਦੂਸਰੀਆਂ ਕੌਮਾਂ ਵਿੱਚ ਵੀ ਇਹ ਪ੍ਰੋਬਲਮ ਹੈਗੀ ਆ, ਰਾਈਟ ਪਰ ਸਾਡੇ ਹੁਣ ਜ਼ਿਆਦਾ ਵੱਧਦੀ ਜਾਂਦੀ ਹੈ ਕਿਉਂਕਿ ਸਾਡੇ ਗੁਰੂਆਂ ਨੇ ਇਹ ਚਲਾਇਆ ਨਹੀਂ ਸੀ ਮਾਰਗ, ਠੀਕ ਜਿਹੜਾ ਅਸੀਂ ਹੁਣ ਚਲਾ ਲਿਆ। ਰਾਈਟ ਔਰ ਅਸੀਂ ਇਹਨੂੰ ਐਸਾ ਚਲਾ ਲਿਆ, ਇਟਸ ਨਾਟ ਈਜ਼ੀ ਕਿ ਲੋਕਾਂ ਨੂੰ ਇਹਦੇ ਵਿੱਚੋਂ ਕੱਢਿਆ ਜਾ ਸਕੇ। ਠੀਕ ਹੁਣ ਮੈਂ ਜਿਹੜੀ ਖੋਜ ਕੀਤੀ ਆ, ਮੈਂ ਖੋਜ ਕੀਤੀ ਕਿ ਲੋਕਾਂ ਨੂੰ ਇੱਕ ਸਾਦਾ ਤਰੀਕੇ ਨਾਲ ਠੀਕ ਇੱਕ ਐਸੀ ਬੇਸਿਕ ਗੱਲ ਉਹਨਾਂ ਦੇ ਦਿਮਾਗ 'ਚ ਪਾ ਦਈਏ ਜਿਹੜੀ ਕਿ ਗੁਰੂ ਸਾਹਿਬਾਨ ਨੇ ਅਮਲੀ ਤੌਰ ਤੇ ਆਪਣੇ ਜੀਵਨ 'ਚ ਢਾਲ ਕੇ ਸਾਨੂੰ ਦਿਖਾ ਲਈ ਆ, ਪਰ ਸਾਨੂੰ ਉੱਤੇ ਫੋਲੋ ਹੋਣ ਲਈ ਉਹਨਾਂ ਨੇ ਉਪਦੇਸ਼ ਕੀਤਾ। ਰਾਈਟ ਕਿਉਂਕਿ ਸਿਧਾਂਤ ਬਣਾਉਣ ਵਾਸਤੇ, ਸਿਧਾਂਤਕ ਤੌਰ ਦੇ ਉੱਤੇ ਜਿਹੜਾ ਸਿਧਾਂਤ ਬਣਾਉਣ ਵਾਲਾ, ਦੱਸਣ ਵਾਲਾ, ਜੇ ਉਹ ਆਪ ਪ੍ਰੈਕਟੀਕਲੀ ਨਹੀਂ ਚੱਲਦਾ ਤੇ ਉਹ ਸਿਧਾਂਤ ਦਾ ਇੰਨਾ ਅਸਰ ਨਹੀਂ ਹੁੰਦਾ। ਰਾਈਟ ਜਿਸ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਤੁਸੀਂ ਮੈਨੂੰ ਨਾ ਪੁੱਛੋ, ਤੁਸੀਂ ਉਹ ਕੰਮ ਕਰੋ ਜੋ ਮੈਂ ਕਰਦਾ। ਠੀਕ ਕੰਮ ਕਰੋ ਉਹ, ਭਾਵ ਕਿ ਮੇਰੇ ਅਸੂਲਾਂ ਤੇ ਚੱਲੋ, ਨਾ ਕਿ ਮੇਰੀ ਪੂਜਾ ਕਰੋ। ਠੀਕ ਤੁਸੀਂ ਕੁਰਾਨ ਤੇ ਚੱਲੋ। ਰਾਈਟ ਗੁਰੂ ਗੋਬਿੰਦ ਸਿੰਘ ਨੇ ਵੀ ਇਹ ਗੱਲ ਕਹੀ ਕਿ ਜੋ ਮੁਝ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਠੀਕ ਜਿਹੜਾ ਮੈਨੂੰ ਪਰਮੇਸ਼ਰ ਕਰਕੇ ਪੂਜੂਗਾ ਨਰਕ 'ਚ ਜਾਊਗਾ। ਤੇ ਮਾਫ ਕਰਨਾ, ਅਸੀਂ ਸਾਰੇ ਪਰਮੇਸ਼ਰ ਹੀ ਕਰਕੇ ਪੂਜੀ ਜਾਂਦੇ। ਬਿਲਕੁਲ ਤੇ ਪੂਜਾ ਪਾਠ ਦਾ ਭਾਈ ਸਾਹਿਬ ਮੈਂ ਗੁਰਬਾਣੀ ਵਿੱਚ ਪੜ੍ਹ ਕੇ ਥਾਂ ਦੇਖਿਆ ਕਿ ਪੂਜਾ ਕਰਨ ਵਾਲੀ ਸਿੱਖ ਧਰਮ 'ਚ ਕੋਈ ਥਾਂ ਨਹੀਂ। ਸਿੱਖਿਆ ਲੈਣ ਲਈ ਥਾਂ, ਸਿੱਖੀ ਸਿੱਖਿਆ ਗੁਰ ਵਿਚਾਰ। ਬਿਲਕੁਲ। ਸੋ ਆਪਾਂ ਫਿਰ ਕਿੱਥੇ ਆਏ ਹਾਂ? ਗੁਰੂ ਨਾਨਕ ਦੇਵ ਜੀ ਨੇ ਜਿਹੜਾ ਦੁਨੀਆ ਦੇ ਉੱਤੇ ਇੱਕ ਨਿਵੇਕਲਾ ਕੰਮ ਕੀਤਾ ਮਾਡਰਨ ਯੁੱਗ ਵਿੱਚ, ਅੱਜ ਤੁਸੀਂ ਹੈਰਾਨ ਹੋਵੋਗੇ ਕਿ ਜਿਤਨੇ ਪ੍ਰਚਾਰਕ ਇਸ ਲਈ ਮਾਡਰਨ ਯੁੱਗ ਵਿੱਚ ਯੂਥ ਨੂੰ ਪੜ੍ਹਾ ਰਹੇ ਨੇ, ਉਹ ਉਹੀ ਸਬਕ ਪੜ੍ਹਾ ਰਹੇ ਨੇ ਜੋ ਗੁਰੂ ਨਾਨਕ ਦੇਵ ਜੀ ਨੇ ਪੜ੍ਹਾਇਆ ਸੀ। ਠੀਕ ਹੈ। ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਇੱਕ ਜਿਹੜੀ ਦੁਨੀਆ ਦੇ ਅੰਦਰ ਇੱਕ ਕ੍ਰੀਏਟਿਵ ਫੋਰਸ ਪੈਦਾ ਕਰਨੀ, ਚੜ੍ਹਦੀ ਕਲਾ ਵਿੱਚ ਉਹਨਾਂ ਨੂੰ ਲਿਆਉਣਾ, ਜੀ ਉਹਨਾਂ ਨੂੰ ਇਹ ਗੱਲ ਸਮਝਾਉਣੀ ਕਿ ਹੂ ਆਰ ਯੂ। ਰਾਈਟ ਸਭ ਤੋਂ ਪਹਿਲਾਂ ਇੱਕੋ ਹੀ ਕੁਐਸਚਨ ਧਰਮ ਵਿੱਚ ਇਹ ਹੈ ਜਿਹੜਾ ਕਿ ਗੁਰਦੁਆਰੇ 'ਚ ਨਹੀਂ ਹੁੰਦਾ। ਗੁਰਦੁਆਰੇ ਦੇ ਮੰਦਿਰਾਂ ਜਾਂ ਉੱਥੇ ਤਾਂ ਆਓ ਮੱਥਾ ਟੇਕੋ, ਪੈਸੇ ਚੜਾਓ, ਚਲੇ ਜਾਓ। ਲੇਕਿਨ ਸਭ ਤੋਂ ਪਹਿਲਾਂ ਬੰਦੇ ਨੂੰ ਇਹ ਸਮਝਣਾ ਪਏਗਾ ਕਿ ਤੂੰ ਕੌਣ ਹੈ। ਠੀਕ ਹੁਣ ਜਦ ਤੱਕ ਤੁਸੀਂ ਹਰਪ੍ਰੀਤ ਸਿੰਘ ਜੀ ਤੁਸੀਂ ਇਹ ਸਮਝਦੇ ਨਹੀਂ ਕਿ ਮੈਂ ਕੌਣ ਹਾਂ, ਰਾਈਟ ਉਹਨਾਂ ਚਿਰ ਕੀ ਹੁੰਦਾ ਜੇ ਤੁਸੀਂ ਕਿਸੇ ਨੂੰ ਬੰਦੇ ਪੁੱਛੋ ਤੁਸੀਂ ਦੱਸੋ ਜੀ ਕਿੱਥੋਂ ਆਏ ਹੋ, ਤੁਸੀਂ ਕੌਣ ਹੋ, ਤੁਹਾਡਾ ਨਾਂ ਕੀ ਹੈ, ਉਹ ਦੱਸੇ ਨਾ, ਕੀ ਕਹੋਗੇ? ਪਾਗਲ। ਰਾਈਟ ਅਸੀਂ ਪਾਗਲ ਹਾਂ ਜਦ ਸਾਨੂੰ ਇਹੀ ਨਹੀਂ ਪਤਾ ਅਸੀਂ ਆਏ ਕਿੱਥੋਂ, ਅਸੀਂ ਜਾਣਾ ਕਿੱਥੋਂ ਆ, ਸਾਡਾ ਮਕਸਦ ਕੀ ਹੈ, ਮਕਸਦ ਕੀ ਹੈ। ਹੁਣ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੈਂ ਬਹੁਤ ਸੁਨਹਿਰੀ ਅਸੂਲ ਜਿਹੜਾ ਉਹਦੀ ਗੁਰਬਾਣੀ 'ਚੋਂ ਪੜ੍ਹ ਕੇ ਦੇਖਿਆ ਉਹ ਇਹ ਹੈ ਕਿ ਸੈਲਫ ਰੀਅਲਾਈਜੇਸ਼ਨ, ਰੀਅਲਾਈਜ਼ ਯੋਰਸੈਲਫ, ਆਪਣੇ ਆਪ ਦੀ ਪਛਾਣ ਕਰ। ਇਹ ਸਾਡਾ ਪਹਿਲਾ ਇੱਕ ਸੁਨਹਿਰੀ ਅਸੂਲ ਹੈ ਕਿ ਆਪਣੇ ਆਪ ਦੀ ਪਛਾਣ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਪੜ੍ਹ ਤਾਂ ਲੈਨੇ। ਹਾਂਜੀ, ਆਪਣੇ ਆਪ ਦੀ ਪਛਾਣ। ਠੀਕ। ਜੇ ਭਾਈ ਸਾਹਿਬ ਅੱਜ ਮੈਂ ਕਹਿੰਦਾ ਸਿੱਖਾਂ ਨੂੰ, ਜੇ ਤੁਸੀਂ ਸਾਰੇ ਜਣੇ ਇੱਕ ਇਸੇ ਅਸੂਲ ਦੇ ਸਮਝ ਲਓ, ਇਹਨੂੰ ਪ੍ਰੈਕਟੀਕਲੀ ਕਰੋ, ਠੀਕ, ਨਾ ਤੁਹਾਡੇ 'ਚ ਜੱਟ ਰਹੇਗਾ, ਨਾ ਤੁਹਾਡੇ 'ਚ ਤਰਖਾਣ ਰਹੇਗਾ, ਨਾ ਲੁਹਾਰ ਰਹੇਗਾ, ਨਾ ਚੀਂਬਾ ਹੋਏਗਾ, ਨਾ ਹੀ ਹੋਏਗਾ, ਨਾ ਚੀਰ ਹੋਏਗਾ, ਕੋਈ ਨਹੀਂ ਹੋਏਗਾ। ਤੁਸੀਂ ਕੌਣ ਹੋਗੇ? ਸਿਰਫ ਆਤਮਾ। ਬਿਲਕੁਲ ਆਤਮਾ। ਔਰ ਜੇ ਤੁਸੀਂ ਆਤਮਾ ਹੋਏ, ਯਾਦ ਰੱਖਣ ਵਾਲੀ ਗੱਲ ਹੈ ਕਿ ਸਾਡੀ ਬਾਡੀ ਆਵਰ ਬਾਡੀ ਇਜ਼ ਮੇਡ ਆਫ 5 ਐਲੀਮੈਂਟਸ, ਰਾਈਟ, ਨੋ ਡਾਊਟ, ਠੀਕ, ਬਟ ਆਵਰ ਸੋਲ ਵਾਸ ਨੈਵਰ ਮੇਡ, ਰਾਈਟ, ਐਂਡ ਇਟਸ ਸੈਲਫ ਐਗਜ਼ਿਸਟੈਂਸ, ਠੀਕ, ਸਾਡੀ ਆਤਮਾ ਨੂੰ ਕਦੀ ਕਿਸੇ ਨੇ ਬਣਾਇਆ ਨਹੀਂ, ਠੀਕ, ਤੇ ਸਾਡੀ ਆਤਮਾ ਨੂੰ ਕਦੀ ਕੋਈ ਜ਼ਾਇਆ ਵੀ ਨਹੀਂ ਕਰ ਸਕਦਾ। ਬਾਡੀ ਸਾਡੀ ਚਲੇ ਜਾਏਗੀ ਬੈਕ। ਬਿਲਕੁਲ। ਹੁਣ ਅਸੀਂ ਵੇਖਣਾ ਹੈ ਕਿ ਆਈ ਐਮ ਮੇਡ ਆਫ ਦ ਸੋਲ, ਠੀਕ, ਬਟ ਬਾਡੀ ਇਜ਼ ਮੇਡ ਆਫ 5 ਐਲੀਮੈਂਟਸ, ਠੀਕ। ਹੁਣ ਜੇ ਇਹ ਤੁਸੀਂ ਅੱਜ ਅਸੀਂ ਹੁਣ ਦੇਖੋ ਥੋੜਾ ਚਿਰ ਹੋਇਆ ਭਗਤ ਰਵਿਦਾਸ ਜੀ ਦਾ ਦਿਨ ਮਨਾਇਆ ਜੀ, ਸਭ ਲੋਕਾਂ ਨੇ, ਲੇਕਿਨ ਭਗਤ ਰਵਿਦਾਸ ਜੀ ਕਹਿੰਦੇ ਨੇ ਜੇ ਬੰਦਾ ਸਮਝੇ ਤਾਂ ਕਹਿੰਦੇ ਨੇ ਜਲ ਕੀ ਪੀਤ, ਪਵਨ ਕਾ ਥੱਬਾ, ਰਕਤ ਬੂੰਦ ਕਾ ਅਧਿਕਾਰਾ। ਇਹ ਬੰਦੇ ਤੇਰੀ ਸਟੋਰੀ ਕੀ ਆ, ਤੇਰਾ ਇਤਿਹਾਸ ਕੀ ਆ ਕਿ ਤੂੰ ਜਲ ਦੀ, ਪਾਣੀ ਦੀ ਤੂੰ
ਕੰਧ ਹੈ, ਤੇਰਾ ਸਰੀਰ, ਤੇਰਾ ਸਾਰਾ ਜਿਹੜਾ ਪਿੰਜਰ ਹੈ ਇਹ ਪਾਣੀ ਦੀ ਕੰਧ ਨਾਲ, ਠੀਕ। ਕਦੀ ਪਾਣੀ ਦੀ ਕੰਧ ਬਣ ਸਕਦੀ ਹੈ? ਨਾ। ਪਰ ਹੈ ਸੱਚਮੁੱਚ ਕਿ 2/3 ਆਫ ਆਵਰ Body ਬਾਡੀ is ਇਜ਼ water। ਵਾਟਰ। ਬਿਲਕੁਲ। ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ। ਇਹ ਬੰਦਿਆ ਗੁਰਦੁਆਰੇ ਆ ਕੇ ਮੱਥਾ ਟੇਕ, ਜੀ। ਪਹਿਲੀ ਗੱਲ ਸੋਚ ਤੇ ਤੂੰ ਪਾਣੀ ਦਾ ਬਣਿਆ ਹੋਇਆ। ਠੀਕ। ਤੇ ਉਹਨਾਂ ਨੇ ਕਿਹਾ ਕਿ ਪਾਣੀ ਕੰਧ ਜਿੰਨੀ ਮਰਜ਼ੀ ਖੜੀ ਹੋਵੇ, Right। ਜੇ ਥੰਬ ਵਿੱਚੋਂ ਕੱਢ ਦਿਓ ਨਹੀਂ ਠੀਕ। ਤੇ ਸਾਰਾ ਕੋਠਾ ਡਿੱਗ ਪਏਗਾ। ਜੀ। ਕਿੰਨਾ ਉਹਨਾਂ ਨੇ ਸਾਨੂੰ ਭਗਤ ਰਵਿਦਾਸ ਜੀ ਨੇ ਸੋਝੀ ਦਿੱਤੀ ਬੜੀ ਵਿਗਿਆਨਕ, ਕਿ ਜੇ ਤੇਰੇ ਅੰਦਰ ਸਵਾਸ ਕੱਢ ਲਿਆ ਜਾਏ, ਤੇ ਖਤਮ ਹੈ। ਜਲ ਕੀ ਭੀਤ ਪਵਨ ਕਾ ਥੰਬਾ। ਜਦੋਂ ਇਹ ਥੰਬਾ ਨਿਕਲ ਜਾਣਾ ਵਿੱਚੋਂ, ਤੂੰ ਧਰਮ ਕਰਦਾ ਡਿੱਗ ਜਾਣਾ। ਡਸਨਟ ਮੈਟਰ ਵੇਅਰ ਯੂ ਆਰ। Absolutely। ਸੋ ਜੇ ਬੰਦਿਆ ਤੂੰ ਸੋਚ ਕਿ ਤੇਰੀ ਹੋਂਦ ਜਿਹੜੀ ਸਵਾਸ ਤੋਂ ਸ਼ੁਰੂ ਹੋਈ ਹੈ, ਪਰ ਦੇਖ ਸਵਾਸ ਕਿਨ ਪਾਇਆ। ਅਸੀਂ ਬਾਰ-ਬਾਰ ਬਾਣੀ 'ਚ ਪੜ੍ਹਦੇ ਆ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ। ਪ੍ਰਾਣਾ ਦਾ ਆਧਾਰ ਅਗਰ ਹੈ ਤੇ ਅਣਡਿੱਠਾ ਇੱਕ ਸ਼ਕਤੀ ਆ। ਉਹ ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਸਪਰਮ ਐਂਡ ਐਗ, ਜੀ। ਫਾਦਰ ਐਂਡ ਮਦਰ, ਜੀ। ਦੇ ਆਰ ਵਰਕਿੰਗ ਐਜ਼ ਅ ਸੀਮੈਂਟ, ਗਾਰਾ, ਜਿਹਦੇ ਨਾਲ ਤੁਹਾਡੀ ਬਾਡੀ ਜਿਹਨੂੰ ਅਸੀਂ ਕਹਿੰਦੇ ਨਾ ਸੈੱਲ ਬਾਈ ਸੈੱਲ ਜੁੜਦੀ ਆ ਔਰ ਗਰੋ ਹੋ ਰਹੀ ਆ। ਰਾਈਟ। ਤੇ ਰਕਤ ਬੂੰਦ ਕਾ ਗਾਰਾ ਕਹਿੰਦੇ ਕਿ ਸੁਣਨਾ ਬੰਦਿਆ, ਹਾਡ ਮਾਸ ਨਾੜੀ ਕੋ ਪਿੰਜਰ। ਇਹ ਪਿੰਜਰਾ ਜਿਹਦੇ ਵਿੱਚ ਪੰਖੀ ਰਹਿੰਦਾ, ਜਿਹਦੇ ਵਿੱਚ ਤੂੰ ਰਹਿਣਾ। ਰਾਈਟ। ਇਹਦਾ ਮਤਲਬ ਤੂੰ ਆ ਨਹੀਂ, ਤੂੰ ਇਹਦੇ ਵਿੱਚ ਰਹਿੰਦਾ। ਐਬਸੋਲੂਟਲੀ। ਉਹੀ ਰਿਅਲਾਈਜੇਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਭਾਈ ਸਾਹਿਬ, ਜੇਕਰ ਇਹੀ ਅਸੂਲ ਦੇ ਉੱਤੇ ਜਿਸ ਤਰ੍ਹਾਂ ਕਿ ਪਹਿਲਾ ਜਿਹੜਾ ਸਿਧਾਂਤ ਹੈ ਇਹ ਸਾਨੂੰ ਸਮਝ ਆ ਜਾਏ ਤੇ ਆਟੋਮੈਟਿਕਲੀ ਜੀਵਨ ਵਿੱਚ ਸਾਡੇ ਪਰਿਵਰਤਨ ਆ ਜਾਏਗਾ। ਅਗਲੇ ਹਫਤੇ ਇਸੇ ਇਸ਼ੂ ਨੂੰ ਅਸੀਂ ਕੰਟੀਨਿਊ ਰੱਖਾਂਗੇ ਇੱਥੋਂ ਹੀ, ਕਿ ਗੁਰੂ ਸਾਹਿਬ ਜਿਹੜਾ ਕਹਿ ਰਹੇ ਨੇ ਕਿ ਭਾਈ ਤੂੰ ਇਹ ਨਹੀਂ ਜੋ ਦਿਖਦਾ ਹੈ, ਜੋ ਤੂੰ ਅੰਦਰ ਹੈ, ਜੇ ਤੂੰ ਆਤਮਾ ਹੈ, ਉਹ ਹੈਗਾ। ਇਹ ਰਿਅਲਾਈਜੇਸ਼ਨ ਦੀ ਲੋੜ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਨੇ ਅੱਜ ਬੜੇ ਹੀ ਸੌਖੇ ਤਰੀਕੇ ਨਾਲ ਜਿਹੜਾ ਹੈਗਾ ਇਹ ਬੇਸ ਸਾਡਾ ਬਣਾਇਆ ਹੈ। ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਜਿਹੜੇ 10 ਸਿਧਾਂਤ ਨੇ ਇਹਨਾਂ ਦੇ ਬਾਰੇ ਜਾਣੂ ਕਰਾਵਾਂਗੇ। ਇੱਕ ਬੇਨਤੀ ਕਰਨਾ ਚਾਹਾਂਗਾ ਕਿ ਇਹ ਪ੍ਰੋਗਰਾਮ ਨੂੰ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਸੁਣਵਾਓ, ਕਿਉਂਕਿ ਕਿਹਾ ਜਾਂਦਾ ਹੈ ਕਿ ਬੱਚਿਆਂ ਦੇ ਮਨ ਦੇ ਵਿੱਚ ਜਿਸ ਤਰੀਕੇ ਦੀ ਅਸੀਂ ਇੱਕ ਛਾਪ ਛੱਡਣਾ ਚਾਹੁੰਦੇ ਹਾਂ, ਜੇਕਰ ਉਹਨਾਂ ਨੂੰ ਸਹੀ ਸਰਲ ਸ਼ਬਦਾਂ ਵਿੱਚ ਦੱਸਿਆ ਜਾਏ ਤਾਂ ਆਟੋਮੈਟਿਕਲੀ ਉਹ ਵੀ ਧਰਮੀ ਬਣਨਗੇ। ਹਾਂ, ਧਰਮੀ ਜਿਸ ਤਰ੍ਹਾਂ ਦੇ ਅਸੀਂ ਅੱਜ ਬਣ ਚੁੱਕੇ ਹਾਂ, ਉਹੋ ਜਿਹੇ ਧਰਮੀ ਨਾ ਬਣਨ, ਉਹ ਬਿਹਤਰ ਰਹੇਗਾ ਜੇਕਰ ਉਹਨਾਂ ਨੂੰ ਸਿਧਾਂਤ ਦਾ ਪਤਾ ਹੋਏਗਾ। ਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਕਿ ਗੁਰਦੁਆਰੇ ਇੱਕ ਥਾਂ ਸੀ ਜਿੱਥੋਂ ਅਸੀਂ ਸਿੱਖਿਆ ਲੈਣੀ ਸੀ। ਕਿ ਅੱਜ ਅਸੀਂ ਵਾਕਿਆ 'ਚ ਇੱਥੇ ਸਿੱਖਿਆ ਲੈਣ ਜਾ ਰਹੇ ਹਾਂ ਜਾਂ ਫਿਰ ਕਿਸੇ ਹੋਰ ਮਕਸਦ ਨਾਲ ਜਾ ਰਹੇ ਹਾਂ? ਆਓ ਸਵੈ ਪੜਚੋਲ ਕਰੀਏ। ਪ੍ਰੋਗਰਾਮ ਦੀ ਕਰਦੇ ਹਾਂ ਇੱਥੇ ਹੀ ਸਮਾਪਤੀ। ਫੀਡਬੈਕ ਲਈ 604 603 75 55 'ਤੇ ਫੋਨ ਕਰ ਸਕਦੇ ਹੋ, ਜਾਂ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਨੀ ਹੋਏ ਤਾਂ ਡਾਇਰੈਕਟਲੀ ਵੀ ਇਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ। ਧੰਨਵਾਦ ਅਸੀਂ ਆਪਣੇ ਸਪਾਂਸਰਸ ਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਤੇ ਨਾਲ ਹੀ ਆਪ ਸਭ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇਕਰ ਕੋਈ ਵਪਾਰ ਕਰਦੇ ਹੋ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਚਲਾਉਣ ਵਾਸਤੇ ਸਾਡਾ ਸਹਿਯੋਗ ਜ਼ਰੂਰ ਦਿਓ, ਕਿਉਂਕਿ ਅਸੀਂ ਇਹੋ ਜਿਹੇ ਟੌਪਿਕਸ ਲਿਆਉਂਦੇ ਹਾਂ ਜਿਨ੍ਹਾਂ ਦੀ ਕਿ ਰੈਲੇਵੈਂਸ ਰੋਜ਼ਮਰਾ ਸਾਡੀ ਜ਼ਿੰਦਗੀ ਨਾਲ ਹੁੰਦੀ ਹੈ। ਕੁਝ ਸਿੱਖ ਸਕੀਏ, ਕੁਝ ਸਮਝ ਸਕੀਏ ਤੇ ਆਪਣੇ ਜੀਵਨ ਵਿੱਚ ਪਰਿਵਰਤਨ ਲਿਆ ਕੇ ਸਮਾਜ ਵਿੱਚ ਕੁਝ ਬਿਹਤਰੀ ਲਿਆ ਸਕੀਏ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।